Hello everyone, this is Sakshi Agarwal from Malerkotla. I welcome you all on Mehnati ਬੱਚੇ. I hope you all are doing well. ਤੁਸੀਂ ਆਪਣਾ ਤੇ ਆਪਣੀ ਫੈਮਿਲੀ ਦਾ ਧਿਆਨ ਬਹੁਤ ਵਧੀਆ ਤਰੀਕੇ ਨਾਲ ਰੱਖ ਰਹੇ ਹੋਵੋਗੇ। ਪਲੀਜ਼ ਮੈਂ ਤੁਹਾਨੂੰ ਇੱਕ ਰਿਕੁਐਸਟ ਕਰਨਾ ਚਾਹੁੰਦੀ ਹਾਂ ਕਿ ਜਦੋਂ ਵੀ ਬਾਹਰ ਜਾਓ ਮਾਸਕ ਲਗਾ ਕੇ ਜ਼ਰੂਰ ਜਾਓ। ਇਸ ਨਾਲ ਤੁਸੀਂ ਆਪਣੇ ਆਪ ਨੂੰ ਵੀ ਸੇਫ ਰੱਖੋਗੇ ਤੇ ਨਾਲ ਆਪਣੀ ਫੈਮਿਲੀ ਨੂੰ ਵੀ ਰੱਖੋਗੇ। ਬਾਹਰੋਂ ਆਉਂਦੇ ਹੋ ਤਾਂ ਹੈਂਡ ਨੂੰ ਸੈਨੀਟਾਈਜ਼ ਜ਼ਰੂਰ ਕਰੋ ਓਕੇ ਬਿਕੋਜ਼ ਇਹ ਛੋਟੀ ਛੋਟੀ ਗੱਲਾਂ ਹੀ ਨੇ ਜਿਹੜੀਆਂ ਕਿ ਆਪਾਂ ਨੂੰ ਬਚਾ ਸਕਦੀਆਂ ਨੇ। ਸੋ ਇਹਨਾਂ ਦਾ ਧਿਆਨ ਜ਼ਰੂਰ ਰੱਖੋ। ਸੋ ਹੁਣ ਆਪਾਂ ਨੂੰ ਪਤਾ ਹੀ ਹੈ ਕਿ ਪੰਜਾਬ ਦੇ ਅਲੱਗ-ਅਲੱਗ ਡਿਪਾਰਟਮੈਂਟਸ ਨੇ ਰਿਕਰੂਟਮੈਂਟ ਕੱਢੀਆਂ ਹੋਈਆਂ ਨੇ, ਜਿਵੇਂ ਕਿ ਕਾਫੀ ਸਾਰੇ ਐਗਜ਼ਾਮਸ ਆਏ ਹੋਏ ਹਨ, ਜਿਵੇਂ ਪੰਜਾਬ ਪਟਵਾਰੀ ਦਾ, ਮਿਊਨਿਸਪਲ ਕਾਰਪੋਰੇਸ਼ਨ, PSTCL, ਪੰਜਾਬ ਸਟੇਟ ਕੋਆਪਰੇਟਿਵ ਬੈਂਕ, ਮਾਰਕਫੈਡ, NTT, PSSSB, ਨੈਬ ਤਹਿਸੀਲਦਾਰ। ਤੇ ਨਾਲ ਹੀ ਆਪਾਂ ਨੂੰ ਇਹ ਵੀ ਪਤਾ ਹੈ ਕਿ ਕਰੋਨਾ ਦੇ ਕੇਸਿਸ ਕਾਫੀ ਜ਼ਿਆਦਾ ਇਨਕਰੀਜ਼ ਹੋ ਰਹੇ ਹਨ ਤੇ ਜਿਹੜੇ ਐਗਜ਼ਾਮਸ ਹੈ ਇਹਨਾਂ ਨੂੰ ਕੰਡਕਟ ਹੋਣ ਦੇ ਲਈ 2 ਜਾਂ 3 ਮਹੀਨੇ ਤਾਂ ਲੱਗ ਹੀ ਜਾਣਗੇ ਓਕੇ। ਸੋ ਹੁਣ ਅਗਰ ਦੇਖਿਆ ਜਾਵੇ ਤੁਹਾਡੇ ਕੋਲ ਸਫੀਸ਼ੀਐਂਟ ਟਾਈਮ ਹੈ ਐਗਜ਼ਾਮ ਦੀ ਪ੍ਰਿਪਰੇਸ਼ਨ ਕਰਨ ਦਾ ਤੇ ਆਲਮੋਸਟ ਅਗਰ ਆਪਾਂ ਦੇਖੀਏ ਜਿੰਨੇ ਵੀ ਐਗਜ਼ਾਮਸ ਹੈ ਇਹਨਾਂ ਦਾ ਸਿਲੇਬਸ ਜਿਹੜਾ ਹੈ ਆਲਮੋਸਟ ਸੇਮ ਹੈ। ਥੋੜਾ ਹੀ ਡਿਫਰੈਂਸ ਹੋਊਗਾ, ਕਿਸੇ ਦੇ ਵਿੱਚ ਪੰਜਾਬੀ ਇੰਗਲਿਸ਼ ਆ ਗਈ, ਕਿਸੇ ਦੇ ਵਿੱਚ ਕੰਪਿਊਟਰ ਆ ਗਿਆ ਜਾਂ ਕਿਸੇ ਦੇ ਵਿੱਚ ਜੌਬ ਨਾਲ ਰਿਲੇਟਡ ਕੁਐਸਚਨਸ ਆ ਗਏ, ਇਹੀ ਫਰਕ ਹੈ ਓਕੇ। ਸੋ ਇਹ ਸਭ ਚੀਜ਼ਾਂ ਨੂੰ ਮਾਈਂਡ 'ਚ ਰੱਖਦੇ ਹੋਏ ਜਿਹੜੀ ਇਹ ਨਿਊ ਸੀਰੀਜ਼ ਹੈ ਉਹ ਚੈਨਲ ਦੇ ਉੱਪਰ ਸਟਾਰਟ ਹੋਣ ਜਾ ਰਹੀ ਹੈ। ਇਹਦੇ ਵਿੱਚ ਬੇਸਿਕਲੀ ਕੀ ਹੋਊਗਾ, ਜਿਵੇਂ ਕਿ ਟੈਸਟ ਸੀਰੀਜ਼ ਦੇ ਬਾਰੇ ਤਾਂ ਤੁਹਾਨੂੰ ਪਤਾ ਹੀ ਹੋਊਗਾ। ਟੈਸਟ ਸੀਰੀਜ਼ ਦੇ ਵਿੱਚ ਤੁਹਾਨੂੰ ਸਾਰੇ ਸਬਜੈਕਟਸ ਦੇ ਕੁਐਸਚਨਸ ਮਿਲਦੇ ਹੁੰਦੇ ਆ ਤੇ ਜਲਦੀ ਹੀ ਇਹ ਵਾਲੇ ਸਾਰੇ ਐਗਜ਼ਾਮਸ ਲਈ ਵੀ ਟੈਸਟ ਸੀਰੀਜ਼ ਲਾਂਚ ਹੋਗੀ। ਪੰਜਾਬ ਪਟਵਾਰੀ ਦੀ ਅਵੇਲੇਬਲ ਹੈ, ਨੈਬ ਤਹਿਸੀਲਦਾਰ ਦੀ ਅਵੇਲੇਬਲ ਹੈ ਤੇ ਬਾਕੀ ਦੀ ਜਿਹੜੀ ਪੋਸਟ ਹੈ ਉਹਨਾਂ ਦੀ ਵੀ ਤੁਹਾਨੂੰ ਮਿਲੂਗੀ ਟੈਸਟ ਸੀਰੀਜ਼ ਓਕੇ। ਬਟ ਉਦੋਂ ਤੱਕ ਹੁਣ ਆਪਾਂ ਕੀ ਕਰਾਂਗੇ, ਇਹ ਸੀਰੀਜ਼ ਦੇ ਵਿੱਚ ਆਪਾਂ 10 ਕੁਐਸਚਨਸ ਡਿਸਕਸ ਕਰਿਆ ਕਰਾਂਗੇ। ਜਿਹੜੇ 10 ਕੁਐਸਚਨਸ ਹੋਣਗੇ ਉਹਦੇ ਵਿੱਚ ਤੁਹਾਡੇ ਕਰੰਟ ਅਫੇਅਰਸ ਵੀ ਡਿਸਕਸ ਹੋਣਗੇ, ਤੁਹਾਡੇ ਜਿਹੜੇ ਸਟੈਟਿਕ ਪਾਰਟ ਹੈ ਜਿਵੇਂ ਕਿ ਜਿਓਗ੍ਰਾਫੀ, ਪੋਲਿਟੀ, ਹਿਸਟਰੀ, ਉਹ ਸਾਰੇ ਸਬਜੈਕਟਸ ਵੀ ਡਿਸਕਸ ਹੋਣਗੇ। ਇਸ ਤੋਂ ਇਲਾਵਾ ਮੈਥਸ, ਰੀਜ਼ਨਿੰਗ, ਪੰਜਾਬੀ, ਇੰਗਲਿਸ਼, ਕੰਪਿਊਟਰ, ਮਤਲਬ ਸਾਰੇ ਜਿੰਨੇ ਵੀ ਸਬਜੈਕਟਸ ਇਹ ਐਗਜ਼ਾਮਸ ਦੇ ਵਿੱਚ ਆਣੇ ਹੈ ਉਹਨਾਂ ਵਿੱਚੋਂ ਹੀ ਤੁਹਾਨੂੰ 10 ਕੁਐਸਚਨਸ ਮਿਲਿਆ ਕਰਨਗੇ ਓਕੇ। ਸੋ ਇਹ ਸੀਰੀਜ਼ ਜਿਹੜੀ ਹੈ ਇਹਨੂੰ ਜ਼ਰੂਰ ਦੇਖਿਓ ਜਿਹੜੇ ਵੀ ਸਟੂਡੈਂਟਸ ਨਿਊ ਹੈ ਚੈਨਲ ਉੱਪਰ। ਬਾਕੀ ਵੀ ਕਾਫੀ ਸਾਰੀ ਵੀਡੀਓਜ਼ ਤੁਹਾਡੇ ਲਈ ਅਵੇਲੇਬਲ ਹੈ, ਤੁਸੀਂ ਇਹਨਾਂ ਨੂੰ ਦੇਖ ਸਕਦੇ ਹੋ ਤੇ ਨਾਲ ਹੀ ਮਟੀਰੀਅਲ ਵੀ ਅਵੇਲੇਬਲ ਹੈ ਜਿਵੇਂ ਕਿ ਐਗਰੀਕਲਚਰ ਨੋਟਸ, IT ਨੋਟਸ, ਪੰਜਾਬ ਪਟਵਾਰੀ ਐਗਜ਼ਾਮ ਦੇ ਲਈ ਟੈਸਟ ਸੀਰੀਜ਼, ਨੈਬ ਤਹਿਸੀਲਦਾਰ ਤੇ ਪੰਜਾਬ ਪਟਵਾਰੀ ਐਗਜ਼ਾਮ ਲਈ। ਸੋ ਜਿਹੜਾ ਇਹ ਸੀਰੀਜ਼ ਹੈ ਇਹਨੂੰ ਵੀ ਤੁਹਾਨੂੰ ਹੁਣ ਜ਼ਰੂਰ ਦੇਖਣਾ ਹੈ ਬਿਕੋਜ਼ ਇਹਦੇ ਨਾਲ ਤੁਹਾਨੂੰ ਸਾਰੇ ਐਗਜ਼ਾਮਸ ਦੇ ਵਿੱਚ ਬਹੁਤ ਜ਼ਿਆਦਾ ਹੈਲਪ ਮਿਲੂਗੀ। ਇਹ ਸੀਰੀਜ਼ ਨੂੰ ਮੈਂ ਇਸ ਤਰੀਕੇ ਦੇ ਨਾਲ ਹੀ ਪ੍ਰਿਪੇਅਰ ਕਰ ਰਹੀ ਹਾਂ ਕਿ ਜੈਸੇ ਕੁਐਸਚਨਸ ਇਹ ਐਗਜ਼ਾਮਸ ਦੇ ਵਿੱਚ ਤੁਹਾਨੂੰ ਆ ਸਕਦੇ ਆ ਉਸੇ ਕੁਐਸਚਨਸ ਹੀ ਆਪਾਂ ਡਿਸਕਸ ਕਰਾਂਗੇ ਓਕੇ। ਸੋ ਜਿਹੜੇ ਵੀ ਸਟੂਡੈਂਟਸ ਚੈਨਲ ਉੱਪਰ ਨਿਊ ਹੈ ਜ਼ਰੂਰ ਸਬਸਕ੍ਰਾਈਬ ਕਰੋ ਚੈਨਲ ਨੂੰ ਤਾਂ ਕਿ ਆਉਣ ਵਾਲੀ ਵੀਡੀਓਜ਼ ਦੀ ਨੋਟੀਫਿਕੇਸ਼ਨ ਟਾਈਮ ਟੂ ਟਾਈਮ ਤੁਹਾਨੂੰ ਮਿਲਦੀ ਰਹੇ ਓਕੇ। ਸੋ ਸਭ ਤੋਂ ਪਹਿਲਾਂ ਤੁਹਾਡੇ ਅੱਗੇ 10 ਕੁਐਸਚਨਸ ਆਣਗੇ, ਉਹ ਕੁਐਸਚਨਸ ਦਾ ਤੁਸੀਂ ਪਹਿਲਾਂ ਖੁਦ ਆਨਸਰ ਦੇਣ ਦੀ ਕੋਸ਼ਿਸ਼ ਕਰਿਓ, ਦੈਨ ਆਪਾਂ ਡਿਸਕਸ ਕਰਾਂਗੇ ਇੰਪੋਰਟੈਂਟ ਡਿਟੇਲਸ ਜਿੰਨੀਆਂ ਵੀ ਉਹ ਕੁਐਸਚਨਸ ਨਾਲ ਰਿਲੇਟਡ ਹੋਣਗੀਆਂ ਓਕੇ। ਤੇ ਦੈਨ ਤੁਸੀਂ ਆਪਣੇ ਜਿਹੜੇ ਆਨਸਰਸ ਆ ਉਹ ਚੈੱਕ ਕਰ ਸਕਦੇ ਹੋ ਓਕੇ। ਸੋ ਸਭ ਤੋਂ ਪਹਿਲਾ ਕੁਐਸਚਨ ਹੈ, ਵਿਚ ਇੰਸਟੀਟਿਊਸ਼ਨ ਹੈਜ਼ ਰਿਲੀਜ਼ਡ ਦ ਸਟੇਟ ਆਫ ਇਕੋਨਮੀ ਰਿਪੋਰਟ? ਵਰਲਡ ਬੈਂਕ, ਯੂਨਾਈਟਿਡ ਨੇਸ਼ਨਸ, ਇੰਟਰਨੈਸ਼ਨਲ ਮੋਨਿਟਰੀ ਫੰਡ ਜਾਂ ਫਿਰ ਰਿਜ਼ਰਵ ਬੈਂਕ ਆਫ ਇੰਡੀਆ ਓਕੇ। Then second question है, Deepika Kumari and Atanu Das who were in news recently are related to which sports? Table tennis, cricket, boxing, archery. Okay. Then third है, which organization developed crystal blade technology for aero engines? Bell, DRDO, Hall या फिर ISRO. Okay. Then next question है, Project Dantak, which was in news recently, the flagship project of BRO, that is Border Roads Organization, carried out in which country? Nepal, Bhutan, Bangladesh या फिर Myanmar. Then next है, which country is world's largest military spender in 2020 as इथे as आना से sorry ads लिखा गया, as per the recent report by SIPRI. Okay. Then next question है, which is the third most populous country in the world? Then under which scheme Andaman and Nicobar Island has been certified as organic by Government of India? Okay. Then which sports personality is leading the UNICEF Global Vaccination Initiative? Then next question है, what is the name of Community Service Center, which is a web-based interface for data related to India's first solar space mission? Okay. Then आज the last question है, India's first video-based
wealth community is released by? Okay, so ਹੁਣ ਤੁਸੀਂ ਇਹ ਸਾਰੇ क्वेश्चंस ਦਾ ਆਨਸਰ ਦੇਖੋ ਕੀ ਹੈ, ਦੈਨ ਆਪਾਂ ਡਿਸਕਸ ਕਰਦੇ ਹਾਂ। ਸੋ ਸਭ ਤੋਂ ਪਹਿਲਾ ਕੁਐਸਚਨ ਹੈ, ਇਹਨਾਂ ਵਿੱਚੋਂ ਐਸਾ ਕਿਹੜਾ ਇੰਸਟੀਟਿਊਟ ਹੈ ਜਿਹੜਾ ਕਿ ਰਿਲੀਜ਼ ਕਰਦਾ ਹੈ ਸਟੇਟ ਆਫ ਇਕਨੋਮੀ ਰਿਪੋਰਟ? ਇਹਦਾ ਆਨਸਰ ਆਏਗਾ ਡੀ, ਦੈਟ ਇਜ਼ ਆਰਬੀਆਈ। ਹੁਣ ਇਹ ਨਿਊਜ਼ 'ਚ ਕਿਉਂ ਸੀ? ਬਿਕੋਜ਼ ਆਰਬੀਆਈ ਨੇ ਰੀਸੈਂਟਲੀ ਸਟੇਟ ਆਫ ਇਕਨੋਮੀ ਰਿਪੋਰਟ ਅਪ੍ਰੈਲ 2021 ਦੇ ਲਈ ਲਾਂਚ ਕੀਤੀ ਹੈ। ਹੁਣ ਆਪਾਂ ਕੁਝ ਬੇਸਿਕ ਡਿਟੇਲਸ ਪੜ੍ਹਦੇ ਹਾਂ ਆਰਬੀਆਈ ਦੇ ਲਈ। ਓਕੇ, ਦੇਖੋ ਜਿਹੜਾ ਆਰਬੀਆਈ ਹੈ ਉਹ ਮੈਂਬਰ ਹੈ ਇੰਟਰਨੈਸ਼ਨਲ ਮੋਨੀਟਰੀ ਫੰਡ ਦਾ। ਜਿਹੜਾ ਆਰਬੀਆਈ ਦਾ ਕਨਸੈਪਟ ਹੈ ਉਹ ਬੇਸਡ ਹੈ ਕਿਹਦੇ ਉੱਪਰ? ਸਟ੍ਰੈਟੇਜੀਜ਼ ਜੋ ਕਿ ਫਾਰਮੂਲੇਟ ਕੀਤੀਆਂ ਨੇ ਡਾਕਟਰ ਬੀ ਆਰ ਅੰਬੇਦਕਰ ਨੇ ਆਪਣੀ ਬੁੱਕ ਦੇ ਵਿੱਚ। ਬੁੱਕ ਦਾ ਨਾਮ ਹੈ ਦ ਪ੍ਰੋਬਲਮ ਆਫ ਦ ਰੂਪੀ, ਇਟਸ ਓਰੀਜਨ ਐਂਡ ਇਟਸ ਸੋਲਿਊਸ਼ਨ। ਓਕੇ, ਜਿਹੜਾ ਇੰਸਟੀਟਿਊਸ਼ਨ ਹੈ ਉਹਨੂੰ ਐਸਟੈਬਲਿਸ਼ ਕੀਤਾ ਗਿਆ ਸੀ ਕਿਹਦੀ ਸੁਜੈਸ਼ਨ ਦੇ ਉੱਪਰ? ਰਾਇਲ ਕਮਿਸ਼ਨ ਔਨ ਇੰਡੀਅਨ ਕਰੰਸੀ ਐਂਡ ਫਾਈਨਾਂਸ। ਤੇ ਕਦੋਂ ਕੀਤਾ ਗਿਆ ਸੀ? 1926 ਦੇ ਵਿੱਚ। ਓਕੇ, ਤੇ ਜਿਹੜਾ ਇਹ ਕਮਿਸ਼ਨ ਹੈ ਇਹਨੂੰ ਹਿਲਟਨ ਯੰਗ ਕਮਿਸ਼ਨ ਵੀ ਬੋਲਦੇ ਆ। ਪੇਪਰ 'ਚ ਡਾਇਰੈਕਟਲੀ ਤੁਹਾਨੂੰ ਕੁਐਸਚਨ ਆ ਸਕਦਾ ਹੈ ਕਿ ਜਿਹੜਾ ਆਰਬੀਆਈ ਹੈ ਉਹਨੂੰ ਐਸਟੈਬਲਿਸ਼ ਕੀਤਾ ਗਿਆ ਕਿਹੜੇ ਕਮਿਸ਼ਨ ਦੀ ਰਿਕਮੈਂਡੇਸ਼ਨ ਦੇ ਉੱਪਰ? ਓਕੇ, ਤੇ ਇਹ ਵਾਲਾ ਕੁਐਸਚਨ ਤਾਂ ਬਹੁਤ ਸਾਰੇ ਐਗਜ਼ਾਮਸ 'ਚ ਆ ਚੁੱਕਾ ਕਿ ਜਿਹੜਾ ਰਿਜ਼ਰਵ ਬੈਂਕ ਆਫ ਇੰਡੀਆ ਹੈ ਉਹਨੂੰ ਕਦੋਂ ਨੈਸ਼ਨਲਾਈਜ਼ ਕੀਤਾ ਗਿਆ ਸੀ? 1949 ਦੇ ਵਿੱਚ। ਓਕੇ, ਆਰਬੀਆਈ ਬੇਸਿਕਲੀ ਕ੍ਰੈਡਿਟ ਤੇ ਕਰੰਸੀ ਸਿਸਟਮ ਹੈ ਜਿਹੜਾ ਇੰਡੀਆ ਦਾ ਉਹਨੂੰ ਰੈਗੂਲੇਟ ਕਰਦਾ ਹੈ। ਅਗਰ ਆਪਾਂ ਚੀਫ ਆਬਜੈਕਟਿਵਸ ਦੀ ਗੱਲ ਕਰੀਏ ਆਰਬੀਆਈ ਦੇ ਤਾਂ ਕਿਹੜੇ ਕਿਹੜੇ ਨੇ? ਲੋਕਾਂ ਦਾ ਕੌਨਫੀਡੈਂਸ ਮੇਨਟੇਨ ਕਰਕੇ ਰੱਖਣਾ ਸਿਸਟਮ ਦੇ ਵਿੱਚ, ਪ੍ਰੋਟੈਕਟ ਕਰਨਾ ਇੰਟਰਸਟ ਡਿਪੋਜ਼ਿਟਰਸ ਦਾ ਜਿਨ੍ਹਾਂ ਦੀ ਮਨੀ ਬੈਂਕ ਦੇ ਵਿੱਚ ਪਈ ਹੈ। ਓਕੇ, ਆਫਰ ਕਰਨਾ ਕੋਸਟ ਇਫੈਕਟਿਵ ਬੈਂਕਿੰਗ ਸਰਵਿਸਿਜ਼ ਲਾਈਕ ਕੋਆਪਰੇਟਿਵ ਬੈਂਕਿੰਗ, ਕਮਰਸ਼ੀਅਲ ਬੈਂਕਿੰਗ ਲੋਕਾਂ ਨੂੰ। ਓਕੇ, ਦੈਨ ਆਪਾਂ ਕੁਝ ਹੋਰ ਇੰਪੋਰਟੈਂਟ ਫੰਕਸ਼ਨਸ ਪੜ੍ਹਦੇ ਹਾਂ ਆਰਬੀਆਈ ਦੇ, ਤੇ ਇਹਦੇ ਉੱਪਰ ਕੁਐਸਚਨਸ ਡਾਇਰੈਕਟਲੀ ਆਉਂਦੇ ਰਹਿੰਦੇ ਨੇ ਐਗਜ਼ਾਮਸ ਦੇ ਵਿੱਚ। ਸਭ ਤੋਂ ਪਹਿਲਾਂ ਜਿਹੜਾ ਆਰਬੀਆਈ ਦਾ ਫੰਕਸ਼ਨ ਉਹ ਹੈਗਾ ਮੋਨੇਟਰੀ ਅਥਾਰਟੀ। ਮੋਨੇਟਰੀ ਅਥਾਰਟੀ ਦਾ ਕਿਉਂ ਫੰਕਸ਼ਨ ਆਰਬੀਆਈ ਕੋਲ? ਬਿਕੋਜ਼ ਇਹ ਮੋਨੇਟਰੀ ਪੋਲਿਸੀਜ਼ ਨੂੰ ਇੰਪਲੀਮੈਂਟ ਕਰਦਾ ਹੈ, ਮੋਨੇਟਰੀ ਪੋਲਿਸੀਜ਼ ਨੂੰ ਮੋਨੀਟਰ ਕਰਦਾ ਹੈ ਤੇ ਇਨਸ਼ੋਰ ਕਰਦਾ ਹੈ ਕਿ ਕੰਟਰੀ ਦੇ ਵਿੱਚ ਜਿਹੜੀ ਪ੍ਰਾਈਸ ਸਟੇਬਿਲਿਟੀ ਹੈ ਉਹ ਰਹੇ। ਓਕੇ, ਇਕਨੋਮਿਕ ਗਰੋਥ ਨੂੰ ਵੀ ਦੇਖਣਾ ਹੈ ਕੰਟਰੀ ਦੀ ਤੇ ਨਾਲ ਉਹਦੇ ਅਕੋਰਡਿੰਗ ਪ੍ਰਾਈਸ ਦੀ ਸਟੇਬਿਲਿਟੀ ਵੀ ਕਰਨੀ ਹੈ। ਇਹ ਆਰਬੀਆਈ ਦਾ ਕੰਮ ਹੈ। ਓਕੇ, ਉਹ ਤੋਂ ਬਾਅਦ ਸੈਕਿੰਡ ਜਿਹੜਾ ਆਰਬੀਆਈ ਹੈ ਉਹਨੂੰ ਰੈਗੂਲੇਟਰ ਤੇ ਐਡਮਿਨਿਸਟ੍ਰੇਟਰ ਬੋਲਦੇ हैं ਫਾਈਨੈਂਸ਼ੀਅਲ ਸਿਸਟਮ ਦਾ। ਓਕੇ, ਜਿਹੜਾ ਆਰਬੀਆਈ ਉਹ ਡਿਟਰਮਾਈਨ ਕਰਦਾ ਹੈ ਪੈਰਾਮੀਟਰਸ ਬੈਂਕਿੰਗ ਆਪਰੇਸ਼ਨਸ ਦੇ ਲਈ। ਕੁਝ ਐਸੇ ਮੈਥਡਸ ਹੈ ਜਿਹੜੇ ਕਿ ਰਿਸਪੌਂਸਿਬਲ ਨੇ ਕਿ ਕੰਟਰੀ ਦੀ ਜਿਹੜੀ ਬੈਂਕਿੰਗ ਤੇ ਫਾਈਨੈਂਸ਼ੀਅਲ ਸਿਸਟਮ ਹੈ ਉਹ ਅੱਛੀ ਤਰੀਕੇ ਦੇ ਨਾਲ ਚੱਲਦੀ ਰਹੇ, ਤਾਂ ਉਹਨੂੰ ਵੀ ਕੌਣ ਦੇਖਦਾ ਹੈ? ਆਰਬੀਆਈ। ਉਹ ਮੈਥਡਸ ਕਿਹੜੇ ਕਿਹੜੇ ਨੇ? ਜਿਵੇਂ ਲਾਇਸੈਂਸ ਇਸ਼ੂ ਕਰਨਾ, ਐਸੈਟਸ ਦੀ ਲਿਕੁਇਡਿਟੀ ਨੂੰ ਦੇਖਣਾ, ਦੈਨ ਬੈਂਕ ਜਦੋਂ ਮਰਜ ਹੁੰਦੇ ਆ ਉਹ ਪੂਰੀ ਪ੍ਰੋਸੈਸ ਦਾ ਧਿਆਨ ਰੱਖਣਾ ਤੇ ਕਿੱਥੇ ਕਿਹੜੇ ਬ੍ਰਾਂਚ ਨੂੰ ਐਕਸਪੈਂਡ ਕਰਨਾ ਇਹਦੇ ਬਾਰੇ ਦੇਖਣਾ। ਓਕੇ, ਥਰਡ ਜਿਹੜਾ ਆਰਬੀਆਈ ਦਾ ਫੰਕਸ਼ਨ ਆ ਉਹ ਕੀ ਹੈ ਕਿ ਮੈਨੇਜ ਕਰਦਾ ਫੋਰਨ ਐਕਸਚੇਂਜ ਨੂੰ। ਆਰਬੀਆਈ ਮੈਨੇਜ ਕਰਦਾ ਫੋਰੈਕਸ ਰਿਜ਼ਰਵਸ ਇੰਡੀਆ ਦੇ। ਓਕੇ, ਤੇ ਇਹੀ ਰਿਸਪੌਂਸਿਬਲ ਹੈ ਮੇਨਟੇਨ ਕਰਨ ਦੇ ਲਈ ਕਿ ਰੁਪੀ ਦੀ ਵੈਲਿਊ ਕਿੰਨੀ ਹੋਊਗੀ ਕੰਟਰੀ ਤੋਂ ਬਾਹਰ। ਓਕੇ, ਸੋ ਨੈਕਸਟ ਰੋਲ ਕੀ ਹੈ? ਕਰੰਸੀ ਨੂੰ ਇਸ਼ੂ ਕਰਨਾ। ਠੀਕ ਹੈ, ਕਰੰਸੀ ਨੂੰ ਲੋਕਾਂ ਤੱਕ ਪਹੁੰਚਾਉਣਾ, ਕੁਆਲਿਟੀ ਨੋਟਸ ਤੇ ਜਿਹੜੇ ਕੋਇਨਸ ਇਸ਼ੂ ਹੁੰਦੇ ਨੇ ਉਹਨਾਂ ਦਾ ਦੇਖਣਾ ਕਿ ਕੁਆਲਿਟੀ ਇਹਨਾਂ ਦੀ ਠੀਕ ਹੈ। ਈਵਨ ਜਦੋਂ ਕੋਇਨਸ ਤੇ ਨੋਟਸ ਜਿਹੜੇ ਨੇ ਉਹ ਸਰਕੂਲੇਸ਼ਨ ਦੇ ਲਈ ਫਿਟ ਨਹੀਂ ਰਹਿੰਦੇ ਉਹਨਾਂ ਨੂੰ ਡਿਸਟਰੋਏ ਕਰਨ ਦਾ ਕੰਮ ਵੀ ਕੌਣ ਕਰਦਾ ਹੈ? ਆਰਬੀਆਈ। ਉਹ ਤੋਂ ਬਾਅਦ ਆਰਬੀਆਈ ਦਾ ਕੁਝ ਡਿਵੈਲਪਮੈਂਟ ਰੋਲ ਵੀ ਹੈ। ਠੀਕ ਹੈ, ਆਰਬੀਆਈ ਜਿਹੜਾ ਹੈਗਾ ਉਹ ਕੁਝ ਐਸੇ ਫੰਕਸ਼ਨਸ ਨੂੰ ਪ੍ਰਮੋਟ ਕਰਦਾ ਹੈ ਜਿਹਦੇ ਨਾਲ ਇਨਕਰੇਜਮੈਂਟ ਮਿਲਦੀ ਹੈ ਕਿ ਰੂਰਲ ਤੇ ਐਗਰੀਕਲਚਰ ਇਕਨੋਮਿਕ ਡਿਵੈਲਪਮੈਂਟ ਹੈ ਜਿਹੜੀ ਉਹ ਹੋ ਸਕੇ। ਓਕੇ, ਤੇ ਨਾਲ ਹੀ ਜਿਹੜਾ ਆਰਬੀਆਈ ਹੈ ਉਹ ਰੈਗੂਲਰਲੀ ਇਸ਼ੂ ਕਰਦਾ ਹੈ ਡਾਇਰੈਕਟਿਵਸ ਕਮਰਸ਼ੀਅਲ ਬੈਂਕਸ ਨੂੰ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਲੋਨਸ ਦੇਣੇ ਆ ਸਮਾਲ ਸਕੇਲ ਇੰਡਸਟਰੀਅਲ ਯੂਨਿਟਸ ਨੂੰ। ਓਕੇ, then next question है दीपिका कुमारी and अतानु दास who were in news recently are related to which sport? सब तो पहला देखो ਜਿਹੜੇ दीपिका कुमारी ਤੇ अतानु दास ਸੀ ਉਹ ਨਿਊਜ਼ 'ਚ ਕਿਉਂ ਸੀ? ਬਿਕੋਜ਼ ਇਹਨਾਂ ਨੇ ਰੀਸੈਂਟਲੀ 골ਡ ਮੈਡਲ ਜਿੱਤੇ ਹੈ ਆਰਚਰੀ ਵਰਲਡ ਕੱਪ ਦੇ ਵਿੱਚ। ਓਕੇ, ਸੋ ਇਸ ਲਈ ਨਿਊਜ਼ 'ਚ ਸੀ। ਹੁਣ ਇਹ ਕਿਹੜੇ ਸਪੋਰਟਸ ਨਾਲ ਰਿਲੇਟਡ ਹੈ? ਇਹਦਾ ਆਨਸਰ ਆਏਗਾ ਡੀ, ਦੈਟ ਇਜ਼ ਆਰਚਰੀ। ਓਕੇ, ਹੁਣ ਆਪਾਂ ਕੁਝ ਬੇਸਿਕ ਫੈਕਟਸ ਪੜ੍ਹਦੇ ਹਾਂ। Atanu Das and Deepika Kumari won individual gold medal at the ongoing Archery World Cup Stage 1 on Sunday in the recurve men and women event respectively। ਜਿਹੜਾ ਆਰਚਰੀ ਵਰਲਡ ਕੱਪ ਹੈ ਉਹ ਕੰਪੀਟੀਸ਼ਨ ਹੈ ਜਿਹਨੂੰ ਕਿ 2006 ਦੇ ਵਿੱਚ ਸਟਾਰਟ ਕੀਤਾ ਗਿਆ ਸੀ ਤੇ ਇਹਨੂੰ ਆਰਗੇਨਾਈਜ਼ ਕਿਹਦੇ ਦੁਆਰਾ ਕੀਤਾ ਜਾਂਦਾ ਹੈ? ਵਰਲਡ ਆਰਚਰੀ ਫੈਡਰੇਸ਼ਨ। ਠੀਕ ਹੈ, ਜਿੱਥੇ ਜਿਹੜੇ ਆਰਚਰਸ ਨੇ ਉਹ ਕੰਪੀਟ ਕਰਦੇ ਨੇ 4 ਸਟੇਜਿਸ ਦੇ ਵਿੱਚ ਤੇ ਅਲੱਗ-ਅਲੱਗ ਕੰਟਰੀਜ਼ ਦੇ ਵਿੱਚ।
ठीक है, एंड द बेस्ट 8 आर्चर्स ऑफ ईच कैटेगरी एडवांस टू एन एडिशनल स्टेज टू कंटेस्ट द आर्चरी वर्ल्ड कप फाइनल। ओके, ਉਹ ਤੋਂ ਬਾਅਦ ਨੈਕਸਟ ਕੁਐਸਚਨ ਹੈ, ਐਸੀ ਕਿਹੜੀ ਆਰਗੇਨਾਈਜੇਸ਼ਨ ਹੈ ਜਿਹਨੇ ਡਿਵੈਲਪ ਕੀਤਾ ਕ੍ਰਿਸਟਲ ਬਲੇਡ ਟੈਕਨੋਲੋਜੀ ਐਰੋ ਇੰਜਨਸ ਦੇ ਲਈ? ਸੋ ਇਹਦਾ ਆਨਸਰ ਕੀ ਆਏਗਾ? ਬੀ, ਦੈਟ ਇਜ਼ DRDO। ਸੋ ਹੁਣ ਆਪਾਂ ਕੁਛ ਇਹਦੀ ਹੋਰ ਇਨਫੋਰਮੇਸ਼ਨ ਦੇਖਦੇ ਹਾਂ। ਦੇਖੋ ਜਿਹੜੀ DRDO ਹੈ ਉਹਦੀ ਫੁੱਲ ਫਾਰਮ ਕੀ ਹੈ? ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਆਰਗੇਨਾਈਜੇਸ਼ਨ। ਉਹਨਾਂ ਨੇ ਡਿਵੈਲਪ ਕੀਤਾ ਸਿੰਗਲ ਕ੍ਰਿਸਟਲ ਬਲੇਡ ਟੈਕਨੋਲੋਜੀ। ओके, ਤੇ ਉਸੇ 60 ਬਲੇਡਸ ਨੂੰ ਸਪਲਾਈ ਕੀਤਾ ਗਿਆ ਕਿਹਨੂੰ? ਹਿੰਦੁਸਤਾਨ ਐਰੋਨੌਟਿਕਸ ਲਿਮਿਟਿਡ, ਦੈਟ ਇਜ਼ HAL ਨੂੰ, ਐਜ਼ ਅ ਪਾਰਟ ਆਫ देयर ਇੰਡੀਜੀਨਸ ਹੈਲੀਕਾਪਟਰ ਡਿਵੈਲਪਮੈਂਟ ਪ੍ਰੋਗਰਾਮ ਫॉर ਹੈਲੀਕਾਪਟਰ ਇੰਜਨ ਐਪਲੀਕੇਸ਼ਨ। ਓਕੇ, ਜਿਹੜੇ ਉਹਨੇ ਬਲੇਡਸ ਨੇ ਇਹ ਬਣੇ ਕਾਹਦੇ ਹੋਏ ਨੇ? ਨਿਕਲ ਬੇਸ ਸੁਪਰ ਐਲੋਏ ਦੇ। ਓਕੇ, ਹੈਲੀਕਾਪਟਰਸ ਨੂੰ ਕੰਪੈਕਟ ਤੇ ਪਾਵਰਫੁਲ ਐਰੋ ਇੰਜਨਸ ਦੀ ਲੋੜ ਹੁੰਦੀ ਹੈ ਬਿਕੋਜ਼ ਉਹਨਾਂ ਨੇ ਬਹੁਤ ਜ਼ਿਆਦਾ ਐਕਸਟ੍ਰੀਮ ਕੰਡੀਸ਼ਨਸ ਦੇ ਵਿੱਚ ਆਪਰੇਟ ਕਰਨਾ ਹੁੰਦਾ ਹੈ। ਇਸ ਲਈ ਜਿਹੜੇ ਸਟੇਟ ਆਫ ਆਰਟ ਸਿੰਗਲ ਕ੍ਰਿਸਟਲ ਬਲੇਡਸ ਹੈ ਉਹ ਇਹ ਚੀਜ਼ ਲਈ ਪਰਫੈਕਟ ਹੈ। ਕਿਉਂ? ਬਿਕੋਜ਼ ਇੱਕ ਤਾਂ ਉਹਨਾਂ ਦੀ ਜਿਹੜੀ ਸ਼ੇਪ ਆ ਉਹਨੂੰ ਕੰਪਲੈਕਸ ਰੱਖਿਆ ਗਿਆ ਹੈ, ਸੈਕਿੰਡ ਉਹਨਾਂ ਨੂੰ ਨਿਕਲ ਬੇਸ ਸੁਪਰ ਐਲੋਏ ਤੋਂ ਬਣਾਇਆ ਗਿਆ ਹੈ ਜਿਸ ਦੇ ਕਰਕੇ ਉਹ ਬਹੁਤ ਜ਼ਿਆਦਾ ਹਾਈ ਟੈਂਪਰੇਚਰ ਨੂੰ ਵੀ ਵਿਥਸਟੈਂਡ ਕਰ ਸਕਦੇ ਹਨ ਤੇ ਉਹ ਆਪਰੇਸ਼ਨਸ ਲਈ ਉਹਨਾਂ ਨੂੰ ਯੂਜ਼ ਕੀਤਾ ਜਾ ਸਕਦਾ ਹੈ। ਓਕੇ, ਉਹ ਤੋਂ ਬਾਅਦ ਨੈਕਸਟ ਕੁਐਸਚਨ ਹੈ, ਪ੍ਰੋਜੈਕਟ ਧਨਤਕ ਜਿਹੜਾ ਕਿ ਨਿਊਜ਼ ਸੀ, ਠੀਕ ਹੈ, ਫਲੈਗਸ਼ਿਪ ਪ੍ਰੋਗਰਾਮ ਹੈ BRO ਦਾ, ਤੇ ਕਿਹੜੀ ਕੰਟਰੀ ਦੇ ਵਿੱਚ ਇਹਨੂੰ ਕੈਰੀ ਕੀਤਾ ਗਿਆ ਸੀ? ਸੋ ਇਹਦਾ ਆਨਸਰ ਕੀ ਹੋਊਗਾ? B, ਦੈਟ ਇਜ਼ ਭੂਟਾਨ। ਹੁਣ ਜਿਹੜਾ ਪ੍ਰੋਜੈਕਟ ਧਨਤਕ ਸੀ ਉਹ ਨਿਊਜ਼ 'ਚ ਕਿਉਂ ਸੀ? ਬਿਕੋਜ਼ 24 ਅਪ੍ਰੈਲ ਨੂੰ ਇਹਦੀ ਡਾਇਮੰਡ ਜੁਬਲੀ ਸੀ। ਓਕੇ, ਦੈਨ ਨੈਕਸਟ ਕੁਐਸਚਨ ਹੈ, ਕਿਹੜੀ ਕੰਟਰੀ ਹੈ ਜਿਹੜੀ ਕਿ ਵਰਲਡ ਦੀ ਲਾਰਜੈਸਟ ਮਿਲਟਰੀ ਸਪੈਂਡਰ ਹੈ 2020 ਦੀ? ਅਗਰ ਆਪਾਂ ਰੀਸੈਂਟ ਰਿਪੋਰਟ ਦੇਖੀਏ ਜਿਹਨੂੰ ਕਿ ਸਿਪਰੀ ਨੇ ਰਿਲੀਜ਼ ਕੀਤਾ ਹੈ, ਸੋ ਕਿਹੜੀ ਕੰਟਰੀ? ਇਹਦਾ ਆਨਸਰ ਆਏਗਾ T, ਦੈਟ ਇਜ਼ USA। ਓਕੇ, ਹੁਣ ਇਹਦੇ ਬਾਰੇ ਦੇਖ ਲਓ। ਇਨ 2020 US ਮਿਲਟਰੀ ਐਕਸਪੈਂਡੀਚਰ ਜਿਹੜਾ ਸੀ ਉਹ ਕਿੰਨਾ ਸੀ? $778 ਬਿਲੀਅਨ। ਓਕੇ, ਤੇ ਅਗਰ ਆਪਾਂ 2019 ਦੇ ਮੁਕਾਬਲੇ ਦੇਖੀਏ ਤਾਂ 4.4% ਇਨਕਰੀਜ਼ ਕੀਤਾ ਉਹਨਾਂ ਨੇ ਆਪਣਾ ਐਕਸਪੈਂਡੀਚਰ ਮਿਲਟਰੀ ਦੇ ਉੱਪਰ। ਓਕੇ, ਐਜ਼ ਵਰਲਡਸ ਲਾਰਜੈਸਟ ਮਿਲਟਰੀ ਸਪੈਂਡਰ USA ਅਕਾਊਂਟਡ ਫॉर 39% ਆਫ ਟੋਟਲ ਮਿਲਟਰੀ ਐਕਸਪੈਂਡੀਚਰ ਇਨ 2020। ਜਿੰਨਾ ਮਿਲਟਰੀ ਦੇ ਉੱਪਰ ਐਕਸਪੈਂਡੀਚਰ ਪੂਰੇ ਵਰਲਡ ਦੇ ਵਿੱਚ ਹੋਇਆ ਉਹਦਾ 39% ਜਿਹੜਾ ਹੈ ਉਹ ਕਿਹਨੇ ਕੀਤਾ ਹੈ? USA ਨੇ। ਓਕੇ, ਦੈਨ नेक्स्ट क्वेश्चन है, विच इज द थर्ड मोस्ट पॉपुलस कंट्री इन द वर्ल्ड? वर्ल्ड दी थर्ड मोस्ट पॉपुलस कंट्री केड़ी है? ਇਹਦਾ आंसर आएगा C, दैट इज USA। अगर तुसी देखो तो फर्स्ट नंबर ते केड़ी है? चाइना। सेकंड नंबर ते केड़ी है? इंडिया। ओके, देन नेक्स्ट क्वेश्चन है, ਕਿਹੜੀ ਸਕੀਮ ਹੈ ਜਿਹਦੇ ਤਹਿਤ ਅੰਡਮਾਨ ਤੇ ਨਿਕੋਬਾਰ ਆਈਲੈਂਡ ਨੂੰ ਸਰਟੀਫਾਈ ਕੀਤਾ ਗਿਆ ਹੈ ਆਰਗੈਨਿਕ गवर्नमेंट ऑफ इंडिया ਦੇ ਦੁਆਰਾ? ਇਹਦਾ ਆਨਸਰ ਆਏਗਾ C, that is large area certification PGS। ਹੁਣ ਇਹਦੇ ਬਾਰੇ ਦੇਖਦੇ ਹਾਂ। In Andaman and Nicobar Island, 14,491 hectare area has become the first large continuous territory to be conferred with organic certification under large area certification scheme by Government of India। अंडमान निकोबार ਦੇ ਵਿੱਚ 14,491 ਹੈਕਟਰ ਏਰੀਆ ਜਿਹੜਾ ਹੈ ਉਹ ਐਸਾ ਪਹਿਲਾ ਲਾਰਜ ਕੰਟੀਨਿਊਸ ਟੈਰੀਟਰੀ ਬਣ ਗਿਆ ਜਿਹਨੂੰ ਕਿ ਆਰਗੈਨਿਕ ਕਰਾਰ ਕੀਤਾ ਗਿਆ ਹੈ ਕਿਹਦੇ ਦੁਆਰਾ ਗਵਰਨਮੈਂਟ ਆਫ ਇੰਡੀਆ ਦੇ ਦੁਆਰਾ ਅੰਡਰ ਲਾਰਜ ਏਰੀਆ ਸਰਟੀਫਿਕੇਸ਼ਨ ਸਕੀਮ। ਓਕੇ, ਹੁਣ ਜਿਹੜਾ ਆਰਗੈਨਿਕ ਸਰਟੀਫਿਕੇਸ਼ਨ ਹੈ ਇਹ ਕਿਹਦੇ ਤਹਿਤ ਦਿੱਤੀ ਜਾਂਦੀ ਹੈ? ਲਾਰਜ ਏਰੀਆ ਸਰਟੀਫਿਕੇਸ਼ਨ ਸਕੀਮ ਦੇ ਤਹਿਤ ਆਫ ਦ PGS ਇੰਡੀਆ। PGS ਮਤਲਬ ਕੀ ਹੈ? ਪਾਰਟਿਸਿਪੇਟਰੀ ਗਾਰੰਟੀ ਸਿਸਟਮ सर्टिफिकेशन प्रोग्राम। ਇਹਦੇ ਤਹਿਤ ਇਹ ਸਰਟੀਫਿਕੇਸ਼ਨ ਦਿੱਤੀ ਜਾਂਦੀ ਹੈ। ਓਕੇ, ਲਾਰਜ ਏਰੀਆ ਸਰਟੀਫਿਕੇਸ਼ਨ ਇਜ਼ ਅ ਕੁਇਕ ਸਰਟੀਫਿਕੇਸ਼ਨ ਪ੍ਰੋਸੈਸ that is cost effective and farmers do not have to wait for the transition period of 2-3 years to qualify as organic। ਜਿਹੜਾ ਲਾਰਜ ਏਰੀਆ ਸਰਟੀਫਿਕੇਸ਼ਨ ਆ ਕੁਇਕ ਸਰਟੀਫਿਕੇਸ਼ਨ ਪ੍ਰੋਸੈਸ ਹੈ ਤੇ ਕੋਸਟ ਇਫੈਕਟਿਵ ਹੈ ਤੇ ਇਹਦੇ ਵਿੱਚ ਫਾਰਮਰਸ ਨੂੰ ਵੇਟ ਨਹੀਂ ਕਰਨਾ ਪੈਂਦਾ 2-3 ਸਾਲ ਕਿ ਕਦੋਂ ਸਾਨੂੰ ਕੁਆਲੀਫਾਈ ਕੀਤਾ ਜਾਊਗਾ ਐਜ਼ ਆਰਗੈਨਿਕ। ਠੀਕ ਹੈ, ਇਹ ਬਹੁਤ ਜ਼ਿਆਦਾ ਜਲਦੀ ਉਹਨਾਂ ਨੂੰ ਸਰਟੀਫਿਕੇਸ਼ਨ ਮਿਲ ਜਾਂਦਾ ਇਹਦੇ ਅੰਡਰ। With organic certification, areas will have direct access to emerging organic food market of the country। ਹੁਣ ਕਿਉਂਕਿ ਉਹ ਏਰੀਆ ਨੂੰ ਆਰਗੈਨਿਕ ਸਰਟੀਫਿਕੇਟ ਮਿਲ ਗਿਆ ਤਾਂ ਉੱਥੇ ਦੇ ਜਿਹੜੇ ਪ੍ਰੋਡਕਟਸ ਉਗਾਏ ਜਾਣਗੇ ਉਹਨਾਂ ਨੂੰ ਕੰਟਰੀ ਦੇ ਜਿਹੜੇ ਆਰਗੈਨਿਕ ਫੂਡ ਮਾਰਕੀਟ ਆ ਉੱਥੇ ਵੇਚਿਆ ਜਾ ਸਕੂਗਾ।
ओके ਉਹ ਤੋਂ ਬਾਅਦ ਸੋ ਨੈਕਸਟ ਕੁਐਸਚਨ ਹੈ ਕਿ ਕਿਹੜੀ ਐਸੀ ਸਪੋਰਟਸ ਪਰਸਨੈਲਿਟੀ ਹੈ ਜਿਹੜੀ ਕਿ ਲੀਡ ਕਰ ਰਹੀ ਹੈ ਯੂਨੀਸੈਫ ਤੇ ਗਲੋਬਲ ਵੈਕਸੀਨੇਸ਼ਨ ਇਨੀਸ਼ੀਏਟਿਵ ਨੂੰ ਸੋ ਉਹਨਾਂ ਦਾ ਨਾਮ ਹੈਗਾ ਸੀ ਦੈਟ ਇਜ਼ ਡੇਵਿਡ ਬੈਕਮ ਓਕੇ ਹੁਣ ਇਹ ਕਿਹੜੇ ਸਪੋਰਟਸ ਨਾਲ ਬਿਲੋਂਗ ਕਰਦੇ ਆ ਵੀ ਤੁਹਾਨੂੰ ਕੁਐਸਚਨ ਆ ਸਕਦਾ ਫੁੱਟਬਾਲ ਨਾਲ ਰਿਲੇਟਡ ਹੈ ਇਹ ਓਕੇ ਫੁੱਟਬਾਲ ਸਟਾਰ ਐਂਡ ਯੂਨੀਸੈਫ ਗੁੱਡਵਿਲ ਐਂਬੈਸਡਰ ਇਹ ਵੀ ਯਾਦ ਰੱਖਿਓ ਕਿ ਯੂਨੀਸੈਫ ਦੇ ਫਿਲਹਾਲ ਦੇ ਲਈ ਜਿਹੜੇ ਗੁੱਡਵਿਲ ਐਂਬੈਸਡਰ ਆ ਉਹ ਕੌਣ ਹੈ ਡੇਵਿਡ ਓਕੇ ਇਹ ਸਰਵ ਕਰ ਰਹੇ ਨੇ ਐਜ਼ ਵੈਕਸੀਨ ਐਂਬੈਸਡਰ ਟੂ ਕ੍ਰੀਏਟ ਅਵੇਅਰਨੈਸ ਐਂਡ ਕੌਨਫੀਡੈਂਸ ਇਨ ਦ ਪ੍ਰੋਸੈਸ ਆਫ ਵੈਕਸੀਨੇਸ਼ਨ ਓਕੇ ਦੈਨ ਨੈਕਸਟ ਹੈ ਸੋ ਨੈਕਸਟ ਕੁਐਸਚਨ ਹੈ ਕਿ ਤੁਸੀਂ ਐਸੇ ਕਮਿਊਨਿਟੀ ਸਰਵਿਸ ਸੈਂਟਰ ਦਾ ਨਾਮ ਦੱਸੋ ਜਿਹੜਾ ਕਿ ਵੈਬ ਬੇਸਡ ਇੰਟਰਫੇਸ ਦੀ ਤਰ੍ਹਾਂ ਕੰਮ ਕਰ ਰਿਹਾ ਹੈ ਉਹ ਡਾਟਾ ਦੇ ਲਈ ਜਿਹੜਾ ਡਾਟਾ ਰਿਲੇਟਡ ਹੈ ਇੰਡੀਆ ਦੇ ਫਸਟ ਸੋਲਰ ਸਪੇਸ ਮਿਸ਼ਨ ਦੇ ਨਾਲ ਸੋ ਨਾਮ ਕੀ ਹੈ ਉਸ ਕਮਿਊਨਿਟੀ ਸਰਵਿਸ ਸੈਂਟਰ ਦਾ ਬੀ ਦੈਟ ਇਜ਼ ਅਦਿੱਤਿਆ L1 ਸਪੋਰਟ ਸੈੱਲ ਸੋ ਹੁਣ ਆਪਾਂ ਇਹ ਸੈਂਟਰ ਦੇ ਬਾਰੇ ਪੜ੍ਹਦੇ ਹਾਂ ਸਭ ਤੋਂ ਪਹਿਲਾਂ ਅਗਰ ਆਪਾਂ ਇਹਦੀ ਲੋਕੇਸ਼ਨ ਦੀ ਗੱਲ ਕਰੀਏ ਤਾਂ ਇਹਨੂੰ ਕਿੱਥੇ ਐਸਟੈਬਲਿਸ਼ ਕੀਤਾ ਗਿਆ ਆਰਿਆਭੱਟਾ ਰਿਸਰਚ ਇੰਸਟੀਚਿਊਟ ਆਫ ਆਬਜ਼ਰਵੇਸ਼ਨਲ ਸਾਇੰਸ ਉੱਤਰਾਖੰਡ ਦੇ ਵਿੱਚ ਓਕੇ ਦੈਨ ਨੈਕਸਟ ਕੀ ਹੈ ਕਿ ਜਿਹੜਾ ਅਦਿੱਤਿਆ L1 ਸਪੋਰਟ ਸੈੱਲ ਹੈ ਉਹ ਇੱਕ ਜੁਆਇੰਟ ਇਨੀਸ਼ੀਏਟਿਵ ਹੈ ਕਿਹਦਾ ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ ਦੈਟ ਇਜ਼ ISRO ਐਂਡ ARIS ਓਕੇ ਹੁਣ ਅਗਰ ਆਪਾਂ AL1SC ਦੇ ਬਾਰੇ ਪੜ੍ਹੀਏ ਤਾਂ ਬੇਸਿਕਲੀ ਇਹਦਾ ਕੰਮ ਕੀ ਹੈ ਜਿੰਨੇ ਵੀ ਇਨਸਟਰੂਮੈਂਟਸ ਅਦਿੱਤਿਆ L1 ਦੇ ਵਿੱਚ ਨੇ ਉਹਨਾਂ ਤੋਂ ਡਾਟਾ ਲੈ ਕੇ ਉਹਨਾਂ ਨੂੰ ਸਿੰਗਲ ਵੈਬ ਬੇਸ ਇੰਟਰਫੇਸ ਦੇ ਉੱਪਰ ਪਾਣਾ ਓਕੇ ਕਿਉਂਕਿ ਜਿਹੜਾ ਇਹ ਡਾਟਾ ਹੈ ਉਹ ਆਨਲਾਈਨ ਅਵੇਲੇਬਲ ਹੋਊਗਾ ਸੋ ਸਟੂਡੈਂਟਸ ਫੈਕਲਟੀ ਰਿਸਰਚਰ ਜਿਹੜੇ ਨੇ ਡਿਫਰੈਂਟ ਕਾਲਜਿਸ ਯੂਨੀਵਰਸਿਟੀ ਇੰਸਟੀਟਿਊਸ਼ਨਸ ਦੇ ਉਹ ਡਾਟਾ ਨੂੰ ਉਹ ਯੂਜ਼ ਕਰ ਪਾਣਗੇ ਸਨ ਦੇ ਬਾਰੇ ਹੋਰ ਜਾਣਨ ਦੇ ਲਈ ਓਕੇ all the data of ALISC will be hosted at Indian Space Science Data Center of ISRO okay then next ਹੈ ਇੰਡੀਆ ਦੀ ਫਸਟ ਵੀਡੀਓ ਬੇਸਡ ਵੈਲਥ ਕਮਿਊਨਿਟੀ ਜਿਹੜੀ ਹੈ ਉਹ ਕਿਹਨੇ ਰਿਲੀਜ਼ ਕੀਤੀ ਹੈ ਸੋ ਇਹਦਾ ਆਨਸਰ ਆਏਗਾ ਸੀ ਦੈਟ ਇਜ਼ Paytm ਪੰਜਾਬ ਦੇ ਐਗਜ਼ਾਮਸ ਦੇ ਵਿੱਚ ਨਾ ਐਸੇ ਕੁਐਸਚਨਸ ਵੀ ਪੁੱਛੇ ਜਾਂਦੇ ਨੇ ਓਕੇ ਸੋ ਹੁਣ ਇਹਦੇ ਬਾਰੇ ਪੜ੍ਹਦੇ ਹਾਂ ਸੋ ਜਿਹੜਾ Paytm ਵੈਲਥ ਕਮਿਊਨਿਟੀ ਹੈ ਉਹ ਇੰਡੀਆ ਦਾ ਫਸਟ ਇਨਵੈਸਟਿੰਗ ਕਮਿਊਨਿਟੀ ਹੈ ਜਿਹੜਾ ਬੇਸਡ ਹੈ ਕਿਹਦੇ ਉੱਪਰ ਵੀਡੀਓ ਦੇ ਉੱਪਰ ਓਕੇ ਤੇ ਇਨੇਬਲ ਕਰੂਗਾ ਯੂਜ਼ਰਸ ਨੂੰ ਕਿ ਉਹ ਅਟੈਂਡ ਕਰ ਸਕਦੇ ਆ ਲਾਈਵ ਸੈਸ਼ਨਸ ਜੋ ਕਿ ਕੰਡਕਟ ਕੀਤੇ ਜਾਣਗੇ ਡਿਫਰੈਂਟ ਐਕਸਪਰਟਸ ਦੇ ਦੁਆਰਾ ਠੀਕ ਹੈ ਕਿਹੜੇ ਟੌਪਿਕਸ ਜਿਵੇਂ ਸਟਾਕਸ ਮਿਊਚੁਅਲ ਫੰਡਸ ਗੋਲਡ ਫਿਕਸਡ ਇਨਕਮ ਪਰਸਨਲ ਫਾਈਨਾਂਸ ਹੁਣ ਜਿਹੜੇ ਯੂਜ਼ਰਸ ਹੋਣਗੇ ਇਹਦੇ ਨਾਲ ਉਹ ਕੀ ਕਰ ਪਾਣਗੇ ਇੱਕ ਤਾਂ ਐਕਸਪਰਟਸ ਤੋਂ ਸਿੱਖ ਪਾਣਗੇ ਕਾਫੀ ਚੀਜ਼ਾਂ ਉਹਨਾਂ ਨਾਲ ਇੰਟਰੈਕਟ ਕਰ ਪਾਣਗੇ ਆਪਣੇ ਡਾਊਟਸ ਉਹਨਾਂ ਨੂੰ ਪੁੱਛ ਪਾਣਗੇ ਇਹ ਟੌਪਿਕਸ ਦੇ ਉੱਪਰ ਤੇ ਈਵਨ ਜਿਹੜੇ ਬਾਕੀ ਦੇ ਯੂਜ਼ਰਸ ਹੈ Paytm ਦੇ ਪਲੇਟਫਾਰਮ ਦੇ ਉੱਪਰ ਠੀਕ ਹੈ ਉਹਨਾਂ ਨਾਲ ਵੀ ਡਿਸਕਸ਼ਨ ਕਰ ਪਾਣਗੇ ਟੌਪਿਕਸ ਦੇ ਉੱਪਰ ਓਕੇ ਸੋ ਇਹਦਾ ਬੈਨੀਫਿਟ ਹੋਊਗਾ ਸੋ ਥੈਂਕ ਯੂ ਸੋ ਮਚ ਫॉर ਵਾਚਿੰਗ ਮਾਈ ਵੀਡੀਓ ਮੈਂ ਆਪਣੀ ਤਰਫ ਤੋਂ ਪੂਰੀ ਹੈਲਪ ਕਰ ਰਹੀ ਹਾਂ ਕਿ ਇਹ ਸੀਰੀਜ਼ ਨਾਲ ਥੋੜਾ ਸਟੈਟਿਕ ਪਾਰਟ ਕਰੰਟ ਪਾਰਟ ਤੇ ਬਾਕੀ ਦੇ ਜਿਹੜੇ ਹੋਰ ਸਬਜੈਕਟਸ ਹੈ ਉਹਨਾਂ ਦਾ ਜਿੰਨਾ ਵੀ ਇੰਪੋਰਟੈਂਟ ਪਾਰਟ ਹੈ ਉਹ ਸਾਰਾ ਕਵਰ ਹੋ ਜੇ ਸੋ ਇਹ ਵੀਡੀਓਜ਼ ਨੂੰ ਕੰਟੀਨਿਊਸਲੀ ਜ਼ਰੂਰ ਦੇਖਿਓ ਓਕੇ ਮਿਲਦੇ ਹਾਂ ਨੈਕਸਟ ਲੈਕਚਰ ਦੇ ਵਿੱਚ ਅੱਜ ਲਈ ਇੰਨਾ ਹੀ ਥੈਂਕ ਯੂ ਬੀ ਸੇਫ